ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘੜੀਐ ਸ਼ਬਦ ਸੱਚੀ ਟਕਸਾਲ। ਆਪ ਸਭ ਦਾ ਸਵਾਗਤ ਹੈ ਗੁਰਬਾਣੀ ਵਿਚਾਰ ਦੇ ਇਸ ਪ੍ਰੋਗਰਾਮ ਵਿੱਚ। ਇਹ ਪ੍ਰੋਗਰਾਮ ਪ੍ਰੋਫੈਸਰ ਸਾਹਿਬ ਸਿੰਘ ਦੇ ਗੁਰਬਾਣੀ ਵਿਆਕਰਣ ਤੇ ਆਧਾਰਿਤ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਨੂੰ ਹੀ ਆਧਾਰ ਬਣਾ ਕੇ ਤਿਆਰ ਕੀਤਾ ਗਿਆ ਹੈ। ਮਕਸਦ ਹੈ ਗੁਰਬਾਣੀ ਨੂੰ ਸਮਝ ਕੇ ਵਿਚਾਰ ਕੇ ਆਪਣੇ ਜੀਵਨ ਨੂੰ ਸੱਚ ਤੇ ਚਲਾਉਣ ਦਾ। ਲਫ਼ਜ਼ ਮਹਿਲਾ ਦਾ ਉਚਾਰਨ ਪ੍ਰੋਫੈਸਰ ਸਾਹਿਬ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ਵਿੱਚ ਇੱਕ ਜ਼ਿਕਰ ਕਰਦੇ ਹਨ ਕਿ ਸਨ 1931 ਵਿੱਚ ਰੋਜ਼ਾਨਾ ਅਖਬਾਰ ਅਕਾਲੀ ਦੇ ਇੱਕ ਪਰਚੇ ਵਿੱਚ ਉਹਨਾਂ ਇੱਕ ਮਜ਼ਮੂਨ ਲਿਖ ਕੇ ਭੇਜਿਆ ਤਾਂ ਇੱਕ ਉੱਘੇ ਵਿਦਵਾਨ ਮਿੱਤਰ ਨੇ ਉਹਨਾਂ ਨੂੰ ਚਿੱਠੀ ਲਿਖੀ ਕਿ ਲਫ਼ਜ਼ ਮਹਿਲਾ ਦਾ ਉਚਾਰਨ ਮਹੱਲਾ ਕਰਨਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚਖੰਡ ਹੈ ਜਿਸ ਵਿੱਚ ਮਹੱਲੇ, ਘਰ, ਪੌੜੀਆਂ ਹੋਣੇ ਕੁਦਰਤੀ ਗੱਲ ਹੈ। ਸੋ ਲਫ਼ਜ਼ ਮਹਿਲਾ ਦਾ ਜੋ ਮਹੱਲਾ ਉਚਾਰਨ ਚੱਲ ਪਿਆ ਹੈ, ਇਸ ਦਾ ਅਸਲ ਕਾਰਨ ਇਹ ਜਾਪਦਾ ਹੈ ਕਿ ਸਿਰਲੇਖ ਦੇ ਲਫ਼ਜ਼ ਮਹਿਲਾ ਨਾਲ ਆਮ ਤੌਰ 'ਤੇ ਲਫ਼ਜ਼ ਘਰ ਵੀ ਲਿਖਿਆ ਮਿਲਦਾ ਹੈ ਅਤੇ ਘਰਾਂ ਮੁਹੱਲਿਆਂ ਦੇ ਸੰਬੰਧ ਨੂੰ ਹਰ ਕੋਈ ਜਾਣਦਾ ਹੀ ਹੈ। ਤਾਂ ਤੇ ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਲਫ਼ਜ਼ ਘਰ ਦੇ ਵਰਤਣ ਤੋਂ ਕੀ ਭਾਵ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤੇ ਗਏ ਸ਼ਬਦ ਘਰ ਦੇ ਕੀ ਅਰਥ ਹਨ। ਸ਼੍ਰੀ ਰਾਗ ਦੀ ਭਗਤ ਬਾਣੀ ਦੇ ਸ਼ੁਰੂ ਵਿੱਚ ਇੱਕ ਸਿਰਲੇਖ ਇਸ ਤਰ੍ਹਾਂ ਲਿਖਿਆ ਹੋਇਆ ਮਿਲਦਾ ਹੈ ਤੁਹਾਡੀ ਸਕਰੀਨ 'ਤੇ। श्री राग कबीर जियो का एक स्वान कै घर गावना। ਇੱਥੇ एक स्वान कै घर गावना ਨੂੰ ਧਿਆਨ ਨਾਲ ਪੜ੍ਹਨ ਤੋਂ ਸਮਝਣ ਦੀ ਲੋੜ ਹੈ। ਜੇਕਰ ਮਹੱਲਾ ਘਰ ਅਤੇ ਪੌੜੀਆਂ ਦੀ ਦਲੀਲ ਨੂੰ ਲੈ ਕੇ ਅਰਥ ਕਰਾਂਗੇ ਤਾਂ ਇੱਥੇ ਲਫ਼ਜ਼ ਕੈ ਘਰ ਦਾ ਅਰਥ ਹੈ ਦੇ ਘਰ ਵਿੱਚ। ਲਫ਼ਜ਼ ਕੈ ਵਿਆਕਰਣ ਅਨੁਸਾਰ ਸੰਬੰਧਕ ਹੈ। ਇਸ ਤੋਂ ਪਹਿਲਾਂ ਕੋਈ ਐਸਾ ਨਾਉ ਚਾਹੀਦਾ ਹੈ ਜਿਸ ਦੇ ਨਾਲ ਇਸ ਸੰਬੰਧਕ ਕੈ ਦਾ ਸੰਬੰਧ ਹੋਵੇ। ਇਸ ਤੋਂ ਪਹਿਲਾਂ ਲਫ਼ਜ਼ ਸਵਾਨ ਹੈ, ਪਰ ਜੇਕਰ ਲਫ਼ਜ਼ ਸਵਾਨ ਨਾਲ ਲਫ਼ਜ਼ ਕੈ ਦਾ ਸੰਬੰਧ ਹੁੰਦਾ ਤਾਂ ਇਸ ਦੇ ਅਖੀਰ 'ਤੇ ਔਂਕੜ ਨਹੀਂ ਸੀ ਹੋਣਾ। ਕਿਉਂ? ਇਸ ਨੂੰ ਸਮਝਦੇ ਹਾਂ ਦੋ ਉਦਾਹਰਣਾਂ ਨਾਲ। ਪਹਿਲਾ ਹੈ ਇਹ ਸ਼ਬਦ ਤੁਹਾਡੀ ਸਕਰੀਨ 'ਤੇ, ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ। ਇਸ ਤੁਕ ਦੇ ਲਫ਼ਜ਼ ਵਿੱਚ ਦਾ ਸੰਬੰਧ ਲਫ਼ਜ਼ ਦੁੱਖ ਨਾਲ ਨਹੀਂ ਹੈ, ਜਿਸ ਕਰਕੇ ਇਹ ਅਰਥ ਨਹੀਂ ਹੋ ਸਕਦਾ ਕਿ ਦੁੱਖ ਵਿੱਚ ਤੇਲ ਪਾਇਆ, ਕਿਉਂਕਿ ਦੁੱਖ ਦੇ ਹੇਠਾਂ ਔਂਕੜ ਹੈ ਜੋ ਇਸ ਨੂੰ ਵਿੱਚ ਤੋਂ ਵੱਖਰਾ ਕਰ ਦਿੰਦਾ ਹੈ। ਵਿੱਚ ਦਾ ਸੰਬੰਧਕ ਤੇਲ ਹੈ। ਅਰਥ ਬਣੇਗਾ ਇੱਕ ਨਾਮ ਹੀ ਮੇਰਾ ਦੀਵਾ ਹੈ, ਉਸ ਵਿੱਚ ਮੈਂ ਤੇਲ ਪਾਇਆ ਹੈ ਦੁੱਖ ਰੂਪੀ। ਦੂਜਾ ਉਦਾਹਰਣ ਤੁਹਾਡੀ ਸਕਰੀਨ 'ਤੇ ਹੈ, दास कबीर तेरी पनह समाना भिसत नजीक राख रहमाना। पर इसका अर्थ ये नहीं कर सकते हे रहमान मैनू बहिश्त के नज़दीक रख, क्योंकि संबंधक नजीक का संबंध लफ्ज़ भिसत नाल नहीं हो सकता। इत्थे भी व्याकरण के उही सूत्र कि लफ्ज़ भिसत के हेठां अखीर विच औंकड़ होण करके यह नज़दीक का संबंधक नहीं है। ठीक इसे तरह एक स्वान कै घर गावना ਵਿੱਚ ਜੋ ਕੈ ਦਾ ਸੰਬੰਧ ਹੈ ਉਹ ਸਵਾਨ ਨਾਲ ਨਹੀਂ ਬਣਦਾ। ਪਰ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਇਸ ਲਾਈਨ ਵਿੱਚ ਕੈ ਦਾ ਸੰਬੰਧਕ ਹੈ ਕਿਹੜਾ, ਜਿਸ ਤਰ੍ਹਾਂ ਸਪਸ਼ਟ ਹੈ ਕਿ ਇਸ ਲਾਈਨ ਵਿੱਚ ਤਾਂ ਸੰਬੰਧਕ ਹੈ ਹੀ ਨਹੀਂ। ਵਿਦਵਾਨਾਂ ਦੀ ਰਾਏ ਹੈ ਕਿ ਅਜਿਹੀ ਸਥਿਤੀ ਵਿੱਚ ਇਸ ਲਈ ਲਫ਼ਜ਼ ਕੈ ਨਾਲ ਸੰਬੰਧ ਰੱਖਣ ਵਾਲੇ ਨਾਉ ਦੀ ਕਿਸੇ ਹੋਰ ਥਾਂ 'ਤੇ ਭਾਲ ਕਰਨੀ ਪਵੇਗੀ, ਜੋ ਅੱਗੇ ਇਸੇ ਹੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੰਬਰ 29 ਪੰਨਾ ਨੰਬਰ 24 ਉੱਤੇ ਇਉਂ ਦਰਜ ਹੈ। ਸ਼੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਏਕ ਸਵਾਨ ਦੋਏ ਸਵਾਨੀ ਨਾਲ। ਹੁਣ ਤੁਸੀਂ ਪੇਜ ਨੰਬਰ 24 ਦੇ ਇਸ ਸ਼ਬਦ ਨੂੰ ਅਤੇ ਪੇਜ 91 ਦੇ ਦੋਵੇਂ ਸਿਰਲੇਖਾਂ ਦੇ ਸ਼ਬਦਾਂ ਨੂੰ ਦੀ ਪਹਿਲੀ ਤੁਕ ਨੂੰ ਆਮੋ ਸਾਹਮਣੇ ਰੱਖ ਕੇ ਪੜ੍ਹੋ ਤਾਂ ਸਹਿਜੇ ਹੀ ਸਮਝ ਆ ਜਾਂਦਾ ਹੈ ਕਿ ਕਬੀਰ ਜੀ ਦੇ ਸ਼ਬਦ ਨੂੰ ਉਸ ਸ਼ਬਦ ਦੇ ਘਰ ਵਿੱਚ ਗਾਉਣਾ ਹੈ ਜਿਸ ਦੀ ਪਹਿਲੀ ਤੁਕ ਹੈ ਏਕ ਸਵਾਨ ਦੋਏ ਸਵਾਨੀ ਨਾਲ। ਪੇਜ 24 ਦੇ ਇਸ ਸ਼ਬਦ ਦਾ ਘਰ ਚੌਥਾ ਹੈ, ਸੋ ਪੇਜ 91 ਦੇ ਕਬੀਰ ਜੀ ਦਾ ਸ਼ਬਦ ਵੀ ਘਰ ਚੌਥੇ ਵਿੱਚ ਹੀ ਗਾਉਣਾ ਹੈ। ਮੇਰਾ ਖਿਆਲ ਹੈ ਕਿ ਗੱਲ ਸਮਝ ਆ ਗਈ। ਇਹ ਵੱਖਰਾ ਸਵਾਲ ਹੈ ਕਿ ਕਬੀਰ ਜੀ ਦੇ ਸ਼ਬਦ ਦੇ ਸਿਰਲੇਖ ਦੀ ਥਾਂ ਏਕ ਸਵਾਨ ਕੈ ਘਰ ਗਾਵਣਾ ਕਿਉਂ ਲਿਖਿਆ ਹੈ।
ਇਸ ਨੂੰ ਸਮਝਣ ਲਈ ਜਿਗਿਆਸੂ ਪ੍ਰੋਫੈਸਰ ਸਾਹਿਬ ਸਿੰਘ ਦੀ ਪੁਸਤਕ ਗੁਰਮਤਿ ਪ੍ਰਕਾਸ਼ ਦਾ ਪੰਨਾ 35 ਪੜ੍ਹ ਸਕਦੇ ਹਨ। ਇਸ ਪ੍ਰਮਾਣ ਤੋਂ ਅਸਾਂ ਇਹ ਸਮਝ ਲਿਆ ਹੈ ਕਿ ਲਫ਼ਜ਼ ਘਰ ਦਾ ਸੰਬੰਧ ਗਾਉਣ ਨਾਲ ਹੈ, ਨਾ ਕਿ ਲਫ਼ਜ਼ ਮਹਿਲਾ ਨਾਲ। ਘਰ ਅਤੇ ਮਹਿਲਾ ਦੋਨੋਂ ਹੀ ਵੱਖਰੇ ਹਨ, ਵੱਖਰੇ ਅਰਥਾਂ ਵਿੱਚ ਵਰਤੇ ਗਏ ਹਨ, ਨਾ ਕਿ ਜਿਸ ਤਰ੍ਹਾਂ ਮਹੱਲੇ ਹੁੰਦੇ ਹਨ ਉਸ ਵਿੱਚ ਘਰ ਹੁੰਦੇ ਹਨ ਜਾਂ ਪੌੜੀਆਂ। ਇੱਕ ਹੋਰ ਉਦਾਹਰਣ ਤੋਂ ਇਸ ਨੂੰ ਸਮਝਦੇ ਹਾਂ। ਪੇਜ 93 ਤੇ ਸ਼੍ਰੀ ਰਾਗ ਵਿੱਚ ਭਗਤ ਬੈਣੀ ਜੀ ਦੇ ਸ਼ਬਦ ਦੇ ਸ਼ੁਰੂ ਵਿੱਚ ਵੀ ਸਿਰਲੇਖ ਇਸ ਤਰ੍ਹਾਂ ਲਿਖਿਆ ਹੈ ਤੁਹਾਡੀ ਸਕਰੀਨ ਤੇ, ਸ਼੍ਰੀ ਰਾਗ ਬਾਣੀ ਭਗਤ ਬੈਣੀ ਜੀਓ ਕੀ, ਪਹਰਿਆਂ ਕੈ ਘਰ ਗਾਵਣਾ। ਇੱਥੇ ਆਪਾਂ ਸਾਫ਼-ਸਾਫ਼ ਸਮਝ ਸਕਦੇ ਹਾਂ ਕਿ ਸ਼੍ਰੀ ਰਾਗ ਬਾਣੀ ਭਗਤ ਬੈਣੀ ਜੀਓ ਕੀ ਨੂੰ ਕਿਸ ਘਰ ਵਿੱਚ ਗਾਉਣਾ ਹੈ। ਜਵਾਬ ਮਿਲਦਾ ਹੈ ਪਹਰਿਆਂ ਕੈ ਘਰ। ਇਹ ਇਸ਼ਾਰਾ ਹੈ ਕਿ ਉਸ ਸ਼ਬਦ ਦੇ ਘਰ ਵਿੱਚ ਗਾਉਣਾ ਹੈ ਜਿਸ ਦਾ ਸਿਰਲੇਖ ਪਹਿਰੇ ਹੈ। ਖੋਜਣ ਤੇ ਪਤਾ ਚੱਲਦਾ ਹੈ ਕਿ ਇਸ ਸ਼ਬਦ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਪੇਜ 74 ਤੇ ਹੈ ਉਹ ਸ਼ਬਦ ਜਿਸ ਦਾ ਸਿਰਲੇਖ ਹੈ ਸ਼੍ਰੀ ਰਾਗ ਪਹਿਰੇ ਮਹੱਲਾ ਪਹਿਲਾ ਘਰ ਪਹਿਲਾ। ਇਸ ਤਰ੍ਹਾਂ ਇਹ ਸਪਸ਼ਟ ਹੋ ਗਿਆ ਕਿ ਸ਼੍ਰੀ ਰਾਗ ਬਾਣੀ ਭਗਤ ਬੈਣੀ ਜੀਓ ਕੀ ਨੂੰ ਪੜ੍ਹਨਾ ਹੈ, ਗਾਉਣਾ ਹੈ ਸ਼੍ਰੀ ਰਾਗ ਪਹਿਰੇ ਮਹੱਲਾ ਪਹਿਲਾ ਘਰ ਪਹਿਲਾ ਦੀ ਜੋ ਬਾਣੀ ਹੈ ਉਸ ਘਰ ਵਿੱਚ ਗਾਉਣਾ ਹੈ, ਅਰਥਾਤ ਇਸ ਬਾਣੀ ਨੂੰ ਵੀ ਪਹਿਲੇ ਘਰ ਵਿੱਚ ਗਾਉਣਾ ਹੈ। ਇਹ ਦੋਵੇਂ ਪ੍ਰਮਾਣ ਇਹ ਗੱਲ ਸਾਬਤ ਕਰਨ ਵਾਸਤੇ ਕਾਫੀ ਹਨ ਕਿ ਲਫ਼ਜ਼ ਘਰ ਦਾ ਸੰਬੰਧ ਸਿਰਫ ਗਾਉਣ ਨਾਲ ਹੈ, ਲਫ਼ਜ਼ ਮਹਿਲਾ ਨਾਲ ਇਸ ਦਾ ਕੋਈ ਸੰਬੰਧ ਨਹੀਂ ਹੈ। ਤੁਹਾਡੀ ਦਿਲਚਸਪੀ ਅਤੇ ਹੋਰ ਵੀ ਤਸੱਲੀ ਵਾਸਤੇ ਦੱਸ ਦਈਏ ਕਿ ਲਫ਼ਜ਼ ਘਰ ਸਿਰਫ ਮਹਿਲਾ ਦੇ ਨਾਲ ਹੀ ਨਹੀਂ ਆਉਂਦਾ, ਭਗਤਾਂ ਦੇ ਸ਼ਬਦਾਂ ਦੇ ਸਿਰਲੇਖਾਂ ਵਿੱਚ ਵੀ ਮਿਲਦਾ ਹੈ। ਜਿਵੇਂ ਕਿ ਭੈਰੋ ਕਬੀਰ ਜੀਓ ਘਰ ਪਹਿਲਾ, ਭੈਰੋ ਕਬੀਰ ਜੀਓ ਅਸ਼ਟਪਦੀ ਘਰ ਦੂਜਾ, ਭੈਰੋ ਨਾਮਦੇਵ ਜੀ ਘਰ ਪਹਿਲਾ, ਭੈਰੋ ਨਾਮਦੇਵ ਜੀ ਘਰ ਦੂਜਾ। ਇਸ ਤਰ੍ਹਾਂ ਇਹ ਤੱਥ ਉਹਨਾਂ ਲੋਕਾਂ ਦੀ ਦਲੀਲ ਨੂੰ ਕੱਟਦਾ ਹੈ ਜੋ ਮੰਨਦੇ ਹਨ ਕਿ ਮਹਿਲੇ ਘਰ ਪੌੜੀਆਂ ਦਾ ਸੰਬੰਧ ਸੱਚਖੰਡ ਦੇ ਦਰ ਨਾਲ ਹੈ। ਇਸ ਲਿਹਾਜ਼ ਨਾਲ ਜੇ ਗੁਰੂ ਗ੍ਰੰਥ ਸਾਹਿਬ ਨੂੰ ਸੱਚਖੰਡ ਉਹ ਮੰਨਦੇ ਹਨ ਅਤੇ ਇਸ ਨੂੰ ਮਹੱਲਿਆਂ ਘਰਾਂ ਵਿੱਚ ਵੰਡਿਆ ਹੋਇਆ ਮੰਨਦੇ ਹਨ ਤਾਂ ਭਗਤਾਂ ਦੇ ਘਰ ਕਿਸ ਮਹੱਲੇ ਵਿੱਚ ਗਿਣੀਏ। ਸੋ ਇਹ ਲਫ਼ਜ਼ ਮਹੱਲਾ ਨਹੀਂ ਹੈ। ਇੱਕ ਹੋਰ ਉਦਾਹਰਣ ਨਾਲ ਇਸ ਨੂੰ ਸਮਝਦੇ ਹਾਂ। ਸ਼੍ਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦੇ ਪੇਜ 16 ਤੇ ਅਤੇ 18 ਤੇ ਕ੍ਰਮਵਾਰ ਸ਼ਬਦ 6 ਅਤੇ 12 ਦਾ ਸਿਰਲੇਖ ਨੂੰ ਦੇਖੋ। ਸ਼੍ਰੀ ਰਾਗ ਮਹਲ ਪਹਿਲਾ ਤੁਹਾਡੀ ਸਕਰੀਨ ਤੇ ਗੌਰ ਕਰੋ, ਇੱਥੇ ਲਫ਼ਜ਼ ਹੈ ਮਹਲ, ਇਸ ਦੇ ਅਖੀਰ ਦੇ ਵਿੱਚ ਔਂਕੜ ਹੈ। ਜੇ ਲਫ਼ਜ਼ ਮਹਿਲਾ ਨੂੰ ਮਹੱਲਾ ਪੜ੍ਹਨਾ ਹੁੰਦਾ ਤਾਂ ਲਫ਼ਜ਼ ਮਹਲ ਨੂੰ ਮਹਲ ਪੜ੍ਹਨਾ ਠੀਕ ਹੁੰਦਾ, ਪਰ ਇਸ ਤਰ੍ਹਾਂ ਮਹੱਲਾ ਤੇ ਮਹਲ ਦੋ ਵੱਖ-ਵੱਖ ਚੀਜ਼ਾਂ ਬਣ ਜਾਂਦੀਆਂ ਹਨ, ਦੋਵਾਂ ਦੇ ਅਰਥ ਬਦਲ ਜਾਂਦੇ ਹਨ। ਮਹਲ ਇੱਕ ਵੱਡੇ ਮਕਾਨ ਨੂੰ ਕਹਿੰਦੇ ਹਨ, ਜਦਕਿ ਮਹੱਲਾ ਉਸ ਥਾਂ ਹੈ ਜਿੱਥੇ ਕਈ ਮਕਾਨ ਇਕੱਠੇ ਬਣੇ ਹੁੰਦੇ ਹਨ। ਜੇ ਗੁਰੂ ਸਾਹਿਬਾਨ ਲਈ ਮਹੱਲਾ ਵਰਤਿਆ ਗਿਆ ਹੈ ਜਾਂ ਕਿਧਰੇ ਮਹਲ, ਤਾਂ ਇਸ ਦੇ ਮਤਲਬ ਇੱਕ ਹੀ ਹਨ, ਦੋ ਨਹੀਂ ਹੋ ਸਕਦੇ। ਇਸ ਲਈ ਇਹ ਗੱਲ ਤਾਂ ਪੱਕੀ ਹੈ ਕਿ ਮਹਲਾ ਦਾ ਉਚਾਰਨ ਮਹੱਲਾ ਨਹੀਂ ਹੈ ਅਤੇ ਇਸ ਦਾ ਕੋਈ ਵੀ ਸੰਬੰਧ ਲਫ਼ਜ਼ ਘਰ ਨਾਲ ਨਹੀਂ ਹੈ। ਸੱਚਾਈ ਇਹ ਹੈ ਕਿ ਘਰ ਦਾ ਸੰਬੰਧ ਗਾਇਨ ਸ਼ੈਲੀ ਨਾਲ ਹੈ, ਸੁਰ ਨਾਲ ਹੈ। ਇਹ ਸਪਸ਼ਟ ਹੋ ਗਿਆ ਕਿ ਮਹੱਲਾ ਨਹੀਂ ਹੈ, ਘਰ ਦਾ ਇਸ ਨਾਲ ਕੋਈ ਸੰਬੰਧ ਨਹੀਂ ਹੈ। ਹੁਣ ਜਾਣਦੇ ਹਾਂ ਇਸ ਲਫ਼ਜ਼ ਨੂੰ ਉਚਾਰਨਾ ਕਿਵੇਂ ਹੈ। ਲਫ਼ਜ਼ ਮਹਿਲਾ ਸਿਰਫ ਸਿਰਲੇਖ ਵਿੱਚ ਹੀ ਨਹੀਂ ਹੈ, ਬਾਣੀ ਦੇ ਅੰਦਰ ਵੀ ਕਈ ਵਾਰੀ ਇਸ ਦਾ ਜ਼ਿਕਰ ਆਉਂਦਾ ਹੈ। ਜਿਵੇਂ ਤੁਹਾਡੀ ਸਕਰੀਨ ਤੇ, ਫਰੀਦਾ ਮਹਿਲ ਨਿਸੱਖਣ ਰਹਿ ਗਏ ਵਾਸਾ ਆਇਆ ਤਲ, ਮਹਿਲਾਂ ਅੰਦਰ ਹੋਂਦੀਆਂ ਹੁਣ ਬਹਿਣ ਨ ਮਿਲਣ ਹਦੂਰ, ਕਹਾ ਸੋ ਘਰ ਦਰ ਮੰਡਪ ਮਹਿਲਾ, ਕਹਾਂ ਸੋ ਬੰਕ ਸਰਾਈ, ਮਹਿਲ ਕੁਚੱਜੀ ਮੜਵੜੀ ਕਾਲੀ ਮਨੋਹ ਕਸੁਧ, ਮਹਿਲਾ ਮੰਝ ਨਿਵਾਸ ਸ਼ਬਦ ਸਵਾਰੀਆ, ਮਹਿਲੀ ਮਹਿਲ ਬੁਲਾਈਏ ਸੋ ਪਿਰ ਰਾਵੇ ਰੰਗ, ਮਹਿਰਮ ਮਹਿਲ ਨਾ ਕੋ ਅਟਕਾਵੇ। ਇਹਨਾਂ ਸਭ ਥਾਈਂ ਲਫ਼ਜ਼ ਮਹਿਲ ਜਾਂ ਮਹਿਲਾ ਨੂੰ ਉਸੇ ਤਰ੍ਹਾਂ ਪੜ੍ਹਦੇ ਹਾਂ ਜਿਵੇਂ ਕਿ ਤੁਹਾਡੀ ਸਕਰੀਨ ਤੇ ਇੱਕ ਸ਼ਬਦ ਹੈ ਜਿਸ ਦੇ ਵਿੱਚ ਸ਼ਬਦ ਹੈ ਗਹਿਲਾ। ਗਹਿਲਾ ਰੂਹ ਨ ਜਾਣਈ ਸਿਰ ਵੀ ਮਿੱਟੀ ਖਾਏ। ਇੱਥੇ ਵੀ ਅੱਖਰ ਹਾ ਅਤੇ ਲਾ ਦੇ ਉੱਪਰ ਅਰਧਕ ਲਾ ਕੇ ਅਸੀਂ ਨਹੀਂ ਪੜ੍ਹਦੇ, ਸਿੱਧਾ ਗਹਿਲਾ ਪੜ੍ਹਦੇ ਹਾਂ। ਇਸੇ ਤਰ੍ਹਾਂ ਅਸੀਂ ਮਹਿਲਾ ਪੜ੍ਹਨਾ ਹੈ, ਮਹਲ ਪੜ੍ਹਨਾ ਹੈ, ਮਹਲਾ ਮਹਲ, ਮਹਲਾ ਮਹਲ। ਹੁਣ ਜਾਣਦੇ ਹਾਂ ਲਫ਼ਜ਼ ਮਹਲਾ ਦੇ ਨਾਲ ਵਰਤੇ ਗਏ ਅੰਕ
ਹਿੰਦ ਸੇ ਉਸ ਦਾ ਉਚਾਰਨ ਕਿਵੇਂ ਕਰਨਾ ਹੈ। ਇਹਨਾਂ ਅੰਕਾਂ ਨੂੰ 1 2 3 4 5 ਅਤੇ 9 ਇਹ ਪੜ੍ਹਨਾ ਗਲਤ ਹੈ। ਗੁਰੂ ਗ੍ਰੰਥ ਸਾਹਿਬ ਦੇ ਇਸ਼ਾਰਿਆਂ ਨਾਲ ਗੁਰੂ ਸਾਹਿਬ ਨੇ ਕਈ ਜਗ੍ਹਾ ਦੱਸਿਆ ਹੈ ਕਿ ਇਹਨਾਂ ਹਿੰਦਸਿਆਂ ਨੂੰ ਕਿਵੇਂ ਪੜ੍ਹਨਾ ਹੈ। ਜਿਵੇਂ ਕਿ ਤੁਹਾਡੀ ਸਕਰੀਨ ਤੇ ਹੈ ਸ਼੍ਰੀ ਰਾਗ ਮਹੱਲਾ ਪਹਿਲਾ, ਇੱਥੇ ਅੰਕ 1 ਨੂੰ ਪੜ੍ਹਨਾ ਹੈ ਪਹਿਲਾ, ਇਹ ਗੁਰੂ ਸਾਹਿਬ ਨੇ ਉੱਥੇ ਹੀ ਲਿਖਤਾ ਹੈ। ਅਗਲੀ ਬਾਣੀ ਪੰਨਾ 163 ਤੇ ਤੁਹਾਡੇ ਸਾਹਮਣੇ ਹੈ ਗੌੜੀ ਗੁਆਰੇੜੀ ਮਹੱਲਾ ਚੌਥਾ, ਇੱਥੇ 4 ਨੂੰ ਚੌਥਾ ਪੜ੍ਹਨਾ ਹੈ। ਇਸੇ ਤਰ੍ਹਾਂ ਵਡਹੰਸ ਮਹੱਲਾ ਤੀਜਾ 3 ਨੂੰ ਤੀਜਾ ਪੜ੍ਹਨਾ ਹੈ। ਸੋਠ ਮਹੱਲਾ ਚੌਥਾ 4 ਨੂੰ ਚੌਥਾ, ਸੋਠ ਮਹੱਲਾ ਪਹਿਲਾ ਦੁਤਕੀ ਪਹਿਲਾ, ਤਨਾਸਰੀ ਮਹੱਲਾ ਤੀਜਾ ਇੱਥੇ 3 ਨੂੰ ਤੀਜਾ ਪੜ੍ਹਨਾ ਹੈ। ਬਸੰਤ ਮਹੱਲਾ ਤੀਜਾ ਇੱਥੇ ਵੀ 3 ਨੂੰ ਤੀਜਾ ਲਿਖਿਆ ਗਿਆ ਹੈ। ਇਸ ਆਧਾਰ 'ਤੇ ਇਹਨਾਂ ਅੰਕਾਂ ਨੂੰ ਪਹਿਲਾ, ਤੀਜਾ, ਚੌਥਾ, ਪੰਜਵਾਂ, ਨੌਵਾਂ ਇਹ ਪੜ੍ਹਨਾ ਹੈ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਇਹ ਅੰਕ ਸਿਰਫ ਲਫ਼ਜ਼ ਮਹੱਲਾ ਦੇ ਨਾਲ ਹੀ ਨਹੀਂ ਮਿਲਦੇ, ਇਹ ਹਿੰਦਸੇ ਘਰ ਦੇ ਨਾਲ ਵੀ ਮਿਲਦੇ ਹਨ। ਮਹੱਲਾ ਨਾਲ ਦੇ ਅੰਕਾਂ ਦਾ ਉਚਾਰਨ ਤਾਂ ਅਸੀਂ ਸਮਝ ਲਿਆ, ਪਰ ਘਰ ਦੇ ਨਾਲ ਲੱਗੇ ਹੋਏ ਅੰਕਾਂ ਦਾ ਉਚਾਰਨ ਕਿਵੇਂ ਕਰਨਾ ਹੈ ਇਸ ਨੂੰ ਵੀ ਸਮਝਣਾ ਜ਼ਰੂਰੀ ਹੈ। ਕਿਉਂਕਿ ਕਈ ਗਿਆਨਵਾਨ ਤੁਹਾਨੂੰ ਮਿਲਣਗੇ ਜੋ ਕਹਿਣਗੇ ਕਿ ਲਫ਼ਜ਼ ਮਹੱਲਾ ਦੇ ਅੰਕਾਂ ਵਾਂਗ ਹੀ ਲਫ਼ਜ਼ ਘਰ ਦੇ ਅੰਕਾਂ ਦਾ ਉਚਾਰਨ ਕੀਤਾ ਗਿਆ ਤਾਂ ਗੁਰੂ ਨਾਲ ਤੁਲਤਾ ਹੋ ਜਾਵੇਗੀ ਅਤੇ ਉਹ ਗੁਰੂ ਦੀ ਨਿਰਾਦਰੀ ਹੋਵੇਗੀ। ਉਹਨਾਂ ਦੀ ਸੋਚ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਅਸਾਂ ਨੇ ਗੁਰੂ ਹਦਾਇਤਾਂ ਨੂੰ ਮੁੱਖ ਰੱਖ ਕੇ ਹੀ ਇਸ ਦਾ ਉਚਾਰਨ ਕਰਨਾ ਹੈ। ਜਿਵੇਂ ਕਿ ਸਤਿਗੁਰੂ ਜੀ ਆਪ ਹੀ ਇਹ ਜਾਚ ਗੁਰਬਾਣੀ ਵਿੱਚ ਸਾਡੇ ਲਈ ਦੱਸ ਗਏ ਹਨ। ਉਹਨਾਂ ਨੇ ਘਰ ਦੇ ਨਾਲ ਲਿਖੇ ਅੰਕ ਦਾ ਆਪ ਵੀ ਉਚਾਰਨ ਕਰਕੇ ਸਾਡੇ ਸਾਹਮਣੇ ਮਿਸਾਲ ਰੱਖ ਦਿੱਤੀ ਹੈ, ਜੋ ਸਾਡੇ ਲਈ ਹਿਦਾਇਤ ਵੀ ਹੈ। ਅਸਾਂ ਵੀ ਘਰ ਦੇ ਅਗਲੇ ਉਹਨਾਂ ਅੰਕਾਂ ਨੂੰ ਹੀ ਇਸੇ ਹਿਦਾਇਤ ਦੇ ਅਨੁਸਾਰ ਪੜ੍ਹਨਾ ਹੈ। ਜਿਵੇਂ ਤੁਹਾਡੀ ਸਕਰੀਨ ਤੇ ਪੰਨਾ 23 ਦੇ ਵਿੱਚ ਸ਼੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ, ਇੱਥੇ 2 ਦੇ ਅੱਗੇ ਦੂਜਾ ਲਿਖਿਆ ਹੈ, ਉਹੀ ਪੜ੍ਹਨਾ ਹੈ। ਪੰਨਾ 524 ਤੇ ਗੁਜਰੀ ਭਗਤਾਂ ਕੀ ਬਾਣੀ श्री कबीर जियो का चौपदा घर दूजा, इत्थे 2 ते अगे दूजा लिखिया है। इस तरह पन्ना 661 तुहाडी स्क्रीन ते धनासरी महला पहला घर दूजा, इत्थे घर दूजा लिखिया है। इस तरह गल सिद्धी ते साफ है। हर थां लफ्ज़ घर विच एक वचन है, हर थां इस दे अंत विच ओंकड़ है। इस वास्ते इस दे अंक 1 2 3 4 5 आदिक नूं पहला दूजा तीजा चौथा पंजवां आदि भी पढ़ना है। गुरु ग्रंथ साहिब विच 17वें घर तक जिक्र आउंदा है। इसलिए प्रोफैसर साहिब सिंह ने भी अपनी उस बेनती की है कि ये गुरुद्वारियां दे प्रबंधकां अते रागी सिंघां दी जिम्मेवारी है कि घर दीआं इन्हां रमज़ां नूं दी विरासत नूं साਂਭ के रखण अते मिटण ना देण। हुण लफ्ज़ महला दा अर्थ, जिस तरह के सिरलेख विच लफ्ज़ महला अनेकों वारी वरत्या गया है, यह लफ्ज़ निरर्थक तो हो नहीं सकता, इसका जरूर ही कोई ढुकवां फबदा अर्थ होना है। जो सज्जण इसनूं महला दसदे हन उन्हां तो कोई ढुकवा अर्थ इसका दस्या नहीं गया अते असीं ये वेख चुके हाँ कि इस लफ्ज़ का घर नाल कोई संबंध नहीं है, कोई जोड़ नहीं बनता। कई पुराने संप्रदायी विद्वान सज्जण इसनूं संस्कृत के लफ्ज़ महिला समझते हैं, जिसका अर्थ इस्त्री है। वो सज्जण अपने इस ख्याल की पुष्टि विच ये दलील देंदे हैं कि सतगुरु जी ने अपने आप नूं प्रभु पति की इस्त्री मिथ के बाणी लिखी है। इस वास्ते सिरलेख विच अपने आप नूं महिला इस्त्री आख्या है। पर यह अर्थ ना तो व्याकरण की कसवट्टी ते पूरे उतरते हैं अते ना ही जो गुरु ग्रंथ साहिब दे विच सानूं होर उदाहरण मिलते हैं उस नाल ढुकते हैं। जिस तरह असीं पिछे देख आए हाँ कि इस लफ्ज़ महिला दे नाल दा अंक सही तरीके नाल उच्चारण की जांच सिखाउण लई सतगुरु जी ने आप ही सब थावां ते हिदायत कर दिती है। अंक 1 वास्ते पहला, अंक 3 वास्ते तीजा, अंक 4 वास्ते लफ्ज़ चौथा वरत्या है। पर लफ्ज़ पहला, तीजा, चौथा ये पुलिंग हन अते लफ्ज़ जो महिला या इस्त्री ये स्त्रीलिंग है। जे सिरलेख वाला लफ्ज़ महिला इस्त्री वाचक हुंदा तो अंक 1 3 4 वास्ते लफ्ज़ पहला नहीं पहली, तीजी, चौथी ये वरतना पैना सी। इसी तरह आसा दीवार दे सिरलेख श्लोक भी महले पहले के
ਲਿਖੇ। ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਜੇ ਥਾਂ ਲਿਖਣਾ ਪੈਣਾ ਸੀ ਸ਼ਲੋਕ ਵੀ ਮਹਿਲਾ ਪਹਿਲੀ ਕੇ ਲਿਖੇ। ਭੱਟਾਂ ਦੇ ਸਵਈਆਂ ਵਿੱਚ ਵੀ ਅਸੀਂ ਇਹ ਨਾ ਪੜ੍ਹਦੇ ਕਿ ਸਵਈਏ ਮਹਿਲੇ ਪਹਿਲੇ ਕੇ, ਸਵਈਏ ਮਹਿਲੇ ਦੂਜੇ ਕੇ, ਸਵਈਏ ਮਹਿਲੇ ਤੀਜੇ ਕੇ, ਸਵਈਏ ਮਹਿਲੇ ਚੌਥੇ ਕੇ, ਸਵਈਏ ਮਹਿਲੇ ਪੰਜਵੇਂ ਕੇ। ਜੇ ਲਫ਼ਜ਼ ਮਹਿਲਾ ਸੰਸਕ੍ਰਿਤ ਦਾ ਲਫ਼ਜ਼ ਮਹਿਲਾ ਹੁੰਦਾ ਤਾਂ ਇਹਨਾਂ ਦਾ ਸਿਰਲੇਖ ਕੁਝ ਇਸ ਤਰ੍ਹਾਂ ਹੋਣਾ ਸੀ, ਸਵਈਏ ਮਹਿਲਾ ਪਹਿਲੀ ਕੇ, ਸਵਈਏ ਮਹਿਲਾ ਦੂਜੀ ਕੇ, ਸਵਈਏ ਮਹਿਲਾ ਤੀਜੀ ਕੇ, ਸਵਈਏ ਮਹਿਲਾ ਚੌਥੀ ਕੇ, ਸਵਈਏ ਮਹਿਲਾ ਪੰਜਵੀਂ ਕੇ। ਤੁਸੀਂ ਸਕਰੀਨ ਤੇ ਦੇਖੋ ਕਿ ਦੋਨੋਂ ਹੀ ਅੰਤਰ ਹਨ। ਤੁਹਾਨੂੰ ਇੱਕ ਹੋਰ ਐਗਜ਼ਾਮਪਲ, ਜਿਵੇਂ ਗੰਡਾ, ਝੰਡਾ, ਇਹ ਪੁਲਿੰਗ ਅੱਖਰ ਹਨ। ਇਹਨਾਂ ਨਾਲ ਕੋਈ ਸੰਬੰਧਕ ਆਵੇਗਾ ਤਾਂ ਅਖੀਰਲੇ ਕੰਨੇ ਦੀ ਥਾਂ ਤੇ ਲਾਵਾਂ ਬਣ ਜਾਂਦੀ ਹੈ। ਜਿਵੇਂ ਗੰਡੇ ਦੀ ਕਿਤਾਬ, ਜਿਵੇਂ ਗੰਡਾ ਦੇ ਨਾਲ ਸੰਬੰਧਕ ਲੱਗਿਆ ਤਾਂ ਗੰਡੇ ਦੀ ਕਿਤਾਬ, ਝੰਡਾ ਦਾ ਸੰਬੰਧਕ ਲੱਗਿਆ ਝੰਡੇ ਦੀ ਦੁਕਾਨ। ਲੇਕਿਨ ਅਗਰ ਲਫ਼ਜ਼ ਕਮਲਾ, ਬਿਮਲਾ ਇਸਤਰੀ ਲਿੰਗ ਵਿੱਚ ਹਨ ਤਾਂ ਇਹਨਾਂ ਨਾਲ ਜੇ ਸੰਬੰਧਕ ਲੱਗਦਾ ਹੈ ਤਾਂ ਇਹਨਾਂ ਅੱਖਰਾਂ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ। ਜਿਵੇਂ ਕਮਲਾ ਦੀ ਕਲਮ, ਬਿਮਲਾ ਦਾ ਕੁੜਤਾ। ਇਸੇ ਤਰ੍ਹਾਂ ਜੇ ਲਫ਼ਜ਼ ਮਹਿਲਾ ਇਸਤਰੀਵਾਚਕ ਹੁੰਦਾ ਤਾਂ ਮਹਿਲਾ ਤੋਂ ਮਹਿਲੇ ਨਾ ਬਣਦਾ। ਸ਼ਲੋਕ ਵੀ ਮਹਿਲੇ ਪਹਿਲੇ ਨਾ ਲਿਖਿਆ ਹੁੰਦਾ। ਇਸ ਤਰ੍ਹਾਂ ਤੁਸੀਂ ਦੇਖਿਆ ਕਿ ਇਸਤਰੀਵਾਚਕ ਸ਼ਬਦ ਦੇ ਨਾਲ ਕੋਈ ਮਾਤਰਾ ਨਹੀਂ ਬਦਲਦੀ, ਲੇਕਿਨ ਪੁਲਿੰਗ ਸ਼ਬਦ ਨਾਲ ਸੰਬੰਧਕ ਲੱਗਣ ਤੇ ਉਸ ਦਾ ਕੰਨਾ ਬਦਲ ਕੇ ਲਾਵਾਂ ਦੇ ਵਿੱਚ ਬਣ ਜਾਂਦਾ ਹੈ। ਠੀਕ ਇਸੇ ਤਰ੍ਹਾਂ ਤੇ ਲਫ਼ਜ਼ ਮਹਿਲਾ ਇਸਤਰੀ ਦੇ ਵਾਚਕ ਨਹੀਂ ਹੈ, ਤਾਂ ਹੀ ਮਹਿਲਾ ਤੋਂ ਮਹਲੇ ਬਣਾਇਆ ਗਿਆ ਹੈ। ਸ਼ਲੋਕ ਵੀ ਮਹਲੇ ਪਹਿਲੇ ਕੇ ਲਿਖਿਆ ਗਿਆ ਹੈ। ਸੋ ਇਸ ਵਿੱਚ ਕੋਈ ਸ਼ੱਕ ਨਹੀਂ ਰਿਹਾ ਕਿ ਸਿਰਲੇਖ ਵਾਲਾ ਲਫ਼ਜ਼ ਮਹਿਲਾ ਸੰਸਕ੍ਰਿਤ ਦਾ ਲਫ਼ਜ਼ ਮਹਿਲਾ ਨਹੀਂ ਹੈ ਅਤੇ ਇਸ ਦੇ ਅਰਥ ਵੀ ਇਸਤਰੀ ਨਹੀਂ। ਫਿਰ ਮਹਿਲਾ ਦਾ ਅਸਲੀ ਅਰਥ ਕੀ ਹੈ? ਗੁਰਬਾਣੀ ਦੇ ਵਿੱਚ ਵੀ ਇਹ ਸ਼ਬਦ ਵਰਤਿਆ ਗਿਆ ਹੈ ਤੇ ਇਹ 4 ਅਰਥਾਂ ਦੇ ਵਿੱਚ ਮਹਲੇ ਦਾ ਪ੍ਰਯੋਗ ਹੋਇਆ ਹੈ। ਇੱਕ ਤਾਂ ਮਹਿਲਾ ਇਸਤਰੀ ਜਾਂ ਮਹਲ ਇਸਤਰੀ ਦੇ ਰੂਪ ਵਿੱਚ ਅਰਥਾਂ ਦੇ ਵਿੱਚ ਇਹਦਾ ਯੂਜ਼ ਹੋਇਆ ਹੈ। ਜਿਸ ਤਰ੍ਹਾਂ ਮਹਲ ਕੁਚੱਜੀ ਮੜਵੜੀ ਕਾਲੀ ਮਨੋ ਕਸੁੱਧ। ਸ਼ਲੋਕ ਮਹੱਲਾ ਪਹਿਲਾ, ਮਾਰੂ ਕੀ ਵਾਰ ਮਹੱਲਾ ਤੀਜਾ, ਪੇਜ 1088। ਦੂਸਰਾ ਅਰਥ ਇਸ ਦਾ ਹੋਇਆ ਹੈ ਘਰ, ਟਿਕਾਣਾ, ਉਹ ਆਤਮਕ ਅਵਸਥਾ ਜਿੱਥੇ ਪਰਮਾਤਮਾ ਸਾਖਿਆਤ ਹੋ ਜਾਂਦਾ ਹੈ। ਜਿਸ ਤਰ੍ਹਾਂ ਕਿ ਤੁਹਾਡੀ ਸਕਰੀਨ ਤੇ ਹੈ ਰਾਮਕਲੀ ਮਹੱਲਾ ਪੰਜਵਾਂ, ਪੇਜ 886। ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ। ਅਗਲਾ ਹੈ 887 ਪੇਜ ਰਾਮਕਲੀ ਮਹੱਲਾ ਪੰਜਵਾਂ, ਖੋਲ ਕਿਵਾਰਾ ਮਹਿਲ ਬੁਲਾਇਆ। ਨੈਕਸਟ 899 ਰਾਮਕਲੀ ਮਹੱਲਾ ਪੰਜਵਾਂ, ਗੁਰ ਪ੍ਰਸਾਦ ਕੋ ਇਹ ਮਹਿਲ ਪਾਵੇ। ਉਸ ਤੋਂ ਅਗਲਾ ਹੈ 904 ਰਾਮਕਲੀ ਮਹੱਲਾ ਪਹਿਲਾ, ਦੁਬਿਧਾ ਰਾਤੇ ਮਹਿਲ ਨ ਪਾਵੇ। ਤੇ ਅਗਲੀ ਬਾਣੀ ਹੈ ਓਂਕਾਰ ਦੀ 930 ਪੇਜ ਦੀ, ਅੰਤਰ ਬਾਹਰ ਏਕ ਪਛਾਣੇ ਇਉਂ ਘਰ ਮਹਿਲ ਸੰਜਾਪੈ। ਤੇ ਤੀਸਰਾ ਅਰਥ ਹੈ ਮਹਿਲ ਦਾ, ਮਹਿਲਾ ਦਾ ਵੱਡੀਆਂ ਵੱਡੀਆਂ ਇਮਾਰਤਾਂ ਤੇ ਪੱਕੇ ਘਰ। ਜਿਸ ਤਰ੍ਹਾਂ ਗੁਰਬਾਣੀ ਦੇ ਤੁਹਾਡੇ ਕੋਲ ਸਾਹਮਣੇ ਉਦਾਹਰਣ ਹੈਗੀਆਂ ਨੇ, ਪੇਜ 902 ਤੇ ਰਾਮਕਲੀ ਮਹੱਲਾ ਪਹਿਲਾ, ਦਾਤਾ ਦਾਨ ਕਰੇ ਤਹ ਨਾਹੀ ਮਹਿਲ ਉਸਾਰ ਨ ਬੈਠਾ। ਓਂਕਾਰ ਦੀ ਬਾਣੀ 936 ਪੇਜ ਦੀ, ਗੜ ਮੰਦਰ ਮਹਿਲਾਂ ਕਹਾਂ ਜਿਉਂ ਬਾਜੀ ਦੀ ਮਾਣ। ਤੇ ਪੇਜ 947 ਰਾਮਕਲੀ ਕੀ ਵਾਰ ਮਹੱਲਾ ਤੀਜਾ ਤੁਹਾਡੀ ਸਕਰੀਨ ਤੇ, ਆਪੇ ਕੁਦਰਤ ਸਾਜੀਅਨ ਕਰ ਮਹਿਲ ਸਰਾਈ। ਚੌਥਾ ਮਹਿਲਾ ਸ਼ਬਦ ਜਿਸ ਰੂਪ ਵਿੱਚ ਵਰਤਿਆ ਗਿਆ ਹੈ ਉਹ ਹੈ ਕਾਇਆ ਜਾਂ ਸਰੀਰ। ਸ਼ਬਦ ਦੇ ਉਦਾਹਰਣ ਦੇ ਦੇਖੋ, ਪੰਨਾ 767 ਸੂਹੀ ਛੰਤ ਮਹਿਲਾ ਪਹਿਲਾ, ਸ਼ਬਦੇ ਪਤੀਜੈ ਅੰਕ ਭੀਜੈ ਸੋ ਮਹਿਲ ਮਹਿਲਾ ਅੰਤਰੇ। ਇੱਥੇ ਮਹਿਲਾ ਅੰਤਰੇ ਸਭ ਸਰੀਰਾਂ ਵਿੱਚ। ਨੈਕਸਟ ਹੈ ਪੰਨਾ 1058 ਮਾਰੂ ਮਹੱਲਾ ਤੀਜਾ ਸੁਲਹੇ, ਮਹਿਲਾ ਅੰਦਰ ਗੈਰ ਮਹਿਲ ਪਾਏ ਭਾਣਾ ਬੁੱਝ ਸਮਾਹਾ ਹੈ। ਇੱਥੇ ਮਹਿਲਾ ਅੰਦਰ ਸਰੀਰਾਂ ਦੇ ਵਿੱਚ, ਸਰੀਰਾਂ ਵਿੱਚ। ਤੇ ਨੈਕਸਟ ਹੈ ਪੇਜ 206 ਤੇ ਗੌੜੀ ਮਹੱਲਾ ਪੰਜਵਾਂ, ਉਹ ਅਬਿਨਾਸ਼ੀ ਰਾਇਆ ਨਿਰਭਉ ਸੰਗ ਤੁਮਾਰੇ ਬਸਤੇ ਇਹ ਡਰਨ ਕਹਾਂ ਤੇ ਆਇਆ। एक महल तू हो अफारो एक महल नी मानो, एक महल तू आपे आपे एक महल गरीबानो, एक महल तू पंडित बख्ता एक महल खल होता, एक महल तू सब किछ ग्राहज एक महल कछू न लेता। इत्थे महल ते महल एक पासे ला दे थले
ਔਂਕੜ ਹੈ, ਦੋਜੇ ਲਾ ਦੇ ਨਾਲ ਸਿਆਰੀ ਹੈ। ਤੇ ਮਹਲ ਦਾ ਮਤਲਬ ਸਰੀਰ, ਤੇ ਇੱਕ ਵਚਨ, ਤੇ ਮਹਲ ਜਿੱਥੇ ਸਿਆਰੀ ਲੱਗੀ ਹੈ ਉਸ ਦਾ ਮਤਲਬ ਹੈ ਸਰੀਰ ਦੇ ਵਿੱਚ, ਸਰੀਰ ਵਿੱਚ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਤਿਗੁਰੂ ਜੀ ਦੀ ਲਿਖੀ ਹੋਈ ਬਾਣੀ ਵਿੱਚ ਸਤਿਗੁਰੂ ਜੀ ਦਾ ਨਾਮ ਜਿੱਥੇ ਵੀ ਦੇਣਾ ਹੈ ਉੱਥੇ ਸਿਰਫ ਨਾਨਕ ਹੀ ਆਉਂਦਾ ਹੈ। ਪਰ ਇਹ ਨਿਰਣਾ ਕਰਨ ਲਈ ਕਿ ਕਿਹੜੀ ਬਾਣੀ ਕਿਸ ਗੁਰੂ ਸਾਹਿਬਾਨ ਦੀ ਹੈ, ਲਫ਼ਜ਼ ਮਹਿਲਾ ਵਰਤਿਆ ਗਿਆ ਹੈ ਸਿਰਲੇਖ ਵਿੱਚ। ਕਿ ਗੁਰਬਾਣੀ ਦੇ ਵਿੱਚ ਜੋ ਮਹਿਲਾ ਦਾ ਚੌਥਾ ਅਰਥ ਹੈ, ਜਿਸ ਦਾ ਮਤਲਬ ਹੈ ਸਰੀਰ, ਉਹੀ ਅਰਥ ਇੱਥੇ ਢੁਕਵਾਂ ਬੈਠਦਾ ਹੈ। ਜਿਸ ਤਰ੍ਹਾਂ ਮਹਿਲਾ ਪਹਿਲਾ ਦਾ ਅਰਥ ਬਣਦਾ ਹੈ ਗੁਰੂ ਨਾਨਕ ਪਹਿਲਾ ਸਰੀਰ, ਮਹਿਲਾ ਦੂਜਾ ਦਾ ਅਰਥ ਬਣਦਾ ਹੈ ਗੁਰੂ ਨਾਨਕ ਦੂਜਾ ਸਰੀਰ, ਗੁਰੂ ਅੰਗਦ ਦੇਵ ਜੀ। ਮਹਿਲਾ ਤੀਜਾ ਦਾ ਅਰਥ ਹੈ ਗੁਰੂ ਨਾਨਕ ਤੀਜਾ ਸਰੀਰ, ਗੁਰੂ ਅਮਰਦਾਸ ਜੀ। ਸੱਤੇ ਬਲਵੰਡ ਦੀ ਵਾਰ ਵਿੱਚ ਵੀ ਇਹ ਚੀਜ਼ ਮਿਲਦੀ ਹੈ। ਲਹਿਣੇ ਦੀ ਫੇਰਾਈ ਹੈ, ਨਾਨਕਾ ਦੋਹੀ ਖੱਟੀ ਹੈ, ਜੋਤ ਉਹਾ ਜੁਗਤ ਸਾਏ, ਸਹਿ ਕਾਇਆ ਫਿਰ ਪਲਟੀ ਹੈ। ਇਸ ਤਰ੍ਹਾਂ ਮਹਿਲਾ ਪਹਿਲਾ ਉਹ ਜੋਤ ਪਹਿਲੀ ਜੋਤ, ਮਹਿਲਾ ਦੂਜਾ ਦੂਸਰੀ ਜੋਤ, ਉਹ ਕਾਇਆ ਪਲਟ ਕੇ। ਅੱਗੇ ਭਾਈ ਗੁਰਦਾਸ ਜੀ ਵੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਮਹਿਲਾ ਅਰਥਾਤ ਸਰੀਰ ਦਾ ਹੀ ਦਾ ਬਦਲਾਅ ਹੈ, ਜੋਤ ਉਹੀ ਹੈ। ਹੁਣ ਜਿੱਥੋਂ ਤੱਕ ਇਸ ਦੇ ਉਚਾਰਨ ਦਾ ਸੰਬੰਧ ਹੈ ਤਾਂ ਹੁਣ ਅਸੀਂ ਦੇਖ ਲਿਆ ਹੈ ਕਿ ਇਸ ਦੇ ਅਰਥ ਕੀ ਹਨ, ਉਚਾਰਨ ਵੀ ਕਿਵੇਂ ਕਰਨਾ, ਇਹ ਵੀ ਸਮਝ ਆ ਗਿਆ। ਫਿਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਹੀ ਲਫ਼ਜ਼ ਰਹਿਤ, ਬਹਰੇ, ਬਹਿਲੇ, ਸਹਿਜੇ, ਗਹਿਲਾ, ਟਹਿਲ, ਮਹਰੇਰ ਅਤੇ ਇਹੋ ਜਿਹੀ ਹੋਰ ਵੀ ਕਈ ਲਫ਼ਜ਼ ਆਉਂਦੇ ਹਨ ਜਿਨ੍ਹਾਂ ਵਿੱਚ ਅੱਖਰ ਹਾਂ ਆਉਂਦਾ ਹੈ। ਜਿਵੇਂ ਇਹਨਾਂ ਲਫ਼ਜ਼ਾਂ ਦਾ ਉਚਾਰਨ ਕਰਦੇ ਹਾਂ ਬਿਨਾਂ ਅਰਧਕ ਲਾਏ, ਤਿਵੇਂ ਹੀ ਲਫ਼ਜ਼ ਮਹਿਲਾ ਦਾ ਉਚਾਰਨ ਵੀ ਕਰਨਾ ਹੈ, ਉਹਨੂੰ ਮਹੱਲਾ ਨਹੀਂ ਬੋਲਣਾ। ਜਿਸ ਤਰ੍ਹਾਂ ਆਪਾਂ ਇਹ ਵੀ ਦੇਖਿਆ ਹੈ ਕਿ ਮਹੱਲਾ ਦੀ ਤੇ ਥਾਂ ਕਈ ਥਾਂ ਮਹਲ ਵੀ ਵਰਤਿਆ ਗਿਆ ਹੈ। ਜੇ ਇਸ ਨੂੰ ਮਹੱਲਾ ਤੇ ਮਹਲ ਵਰਤੇ ਹਾਂ ਤਾਂ ਅਰਥ ਬਦਲ ਜਾਂਦੇ ਹਨ। ਇਸ ਤਰ੍ਹਾਂ ਸਹੀ ਉਚਾਰਨ ਹੈ ਮਹਿਲਾ, ਮਹਲਾ, ਮਹਲਾ, ਮਹਲ, ਮਹਲਾ, ਮਹਲ।